हेलो स्टूडेंट्स, टुडे डेट इज़ 21 सितंबर, डे मंडे है। BOMP ਦਾ ਆਪਾਂ ਨੈਕਸਟ ਚੈਪਟਰ ਸਟਾਰਟ ਕਰਨ ਲੱਗੇ ਹਾਂ, ਦੈਟ ਇਜ਼ ਪਾਰਟਨਰਸ਼ਿਪ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸੋਲ ਟ੍ਰੇਡ ਫॉर्म ਪੜ੍ਹੀ ਸੀਗੀ ਕਿ ਜਿਸ 'ਚ ਇੱਕ ਵਪਾਰੀ ਹੀ ਆਪਣਾ ਬਿਜ਼ਨਸ ਨੂੰ ਮੈਨੇਜ ਕਰਦਾ ਚਲਾਉਂਦਾ ਹੈ। ਨੈਕਸਟ ਆਪਾਂ ਪੜ੍ਹਨਾ ਹੁਣ ਪਾਰਟਨਰਸ਼ਿਪ, ਜਿਹੜੀ ਕਿ ਦੂਸਰੀ ਟਾਈਪ ਹੈਗੀ ਆ ਫਰਮ ਦੀ, ਕੀ ਹੁੰਦੀ ਆ ਪਾਰਟਨਰਸ਼ਿਪ। ਰਜੇ ਸਾਂਝੇਦਾਰੀ, ਪੰਜਾਬੀ 'ਚ ਜਿਹਨੂੰ ਬੋਲਦੇ ਆ ਸਾਂਝੇਦਾਰੀ, ਠੀਕ ਹੈ। ਅਤੇ ਇਹਦੇ ਵਿੱਚ ਕੀ ਹੁੰਦਾ ਆ ਉਹ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਇਹਦਾ ਮੀਨਿੰਗ। ਇਹਦੇ ਵਿੱਚ ਕੀ ਆਏਗਾ ਕਿ ਪਾਰਟਨਰਸ਼ਿਪ ਫਰਮ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਪਰਸਨ ਜਿਹੜੇ ਨੇ, ਇੰਡੀਵਿਜੂਅਲ ਨੇ, ਉਹ ਇਨਵੋਲਵ ਹੋਣਗੇ, ਠੀਕ ਹੈ ਜੀ। ਅਤੇ ਉਹ ਆਪਣੀ ਕੈਪੀਟਲ ਲੈ ਕੇ ਆਉਣਗੇ, ਆਪਣੀ ਸਕਿੱਲਸ ਲਗਾਉਣਗੇ ਬਿਜ਼ਨਸ ਦੇ ਵਿੱਚ, ਪਲੱਸ ਬਿਜ਼ਨਸ ਦੇ ਵਿੱਚ ਜੋ ਵੀ ਪ੍ਰੋਫਿਟ ਜਾਂ ਲੋਸ ਹੋਊਗਾ ਉਹਨੂੰ ਟਰਮਸ ਦੇ ਅਕੋਰਡਿੰਗ ਸ਼ੇਅਰ ਕਰਨਗੇ। ਉਹਨਾਂ ਦਾ ਐਗਰੀਮੈਂਟ ਹੋਏਗਾ, ਠੀਕ ਹੈ। ਕਦੋਂ ਮਰਜ਼ੀ, ਮਤਲਬ ਇਹ ਨਹੀਂ ਹੈਗਾ ਕਿ ਕਦੋਂ ਮਰਜ਼ੀ ਜਾ ਸਕਦੇ ਆ ਛੱਡ ਕੇ ਫਰਮ ਨੂੰ, ਨਹੀਂ, ਉਹ ਪਹਿਲਾਂ ਰਿਟਰਨ 'ਚ ਨੋਟਿਸ ਦੇਣਗੇ ਕਿ ਹਾਂਜੀ ਅਸੀਂ ਇਹਨੂੰ ਛੱਡ ਕੇ ਜਾ ਰਹੇ ਹਾਂ। ਪਰ ਬੇਸਿਕਲੀ ਪਾਰਟਨਰਸ਼ਿਪ ਹੁੰਦੀ ਕੀ ਹੈ, ਇੱਕ ਅਜਿਹੀ ਫਰਮ ਹੈਗੀ ਹੈ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਪਰਸਨ ਇਕੱਠੇ ਹੋ ਕੇ ਇੱਕ ਬਿਜ਼ਨਸ ਨੂੰ ਚਲਾਉਂਦੇ ਨੇ, ਐਗਰੀਮੈਂਟ ਕਰਦੇ ਨੇ, ਉਹ 'ਚ ਕੈਪੀਟਲ ਲਗਾਉਂਦੇ ਨੇ, ਕੋਈ ਲੋਸ ਜਾਂ ਪ੍ਰੋਫਿਟ ਜਿਹੜਾ ਉਹ ਆਪਸ 'ਚ ਡਿਸਟਰੀਬਿਊਟ ਕਰਦੇ ਨੇ, ਤਾਂ ਉਹਨੂੰ ਕੀ ਬੋਲਦੇ ਆ, ਪਾਰਟਨਰਸ਼ਿਪ। ਅਤੇ ਇਹ ਪਾਰਟਨਰਸ਼ਿਪ ਸਿਰਫ ਇੱਕ ਕਾਮਨ ਓਬਜੈਕਟਿਵ ਨੂੰ ਹੀ ਕੰਪਲੀਟ ਕਰਨ ਵਾਸਤੇ ਬਣਾਈ ਜਾਂਦੀ ਆ, ਮਤਲਬ ਸਾਰਿਆਂ ਦਾ ਇੱਕੋ ਸਾਂਝਾ ਹੀ ਉਦੇਸ਼ ਹੋਏਗਾ, ਉਹਨੂੰ ਕੀ ਬੋਲਦੇ ਆ, ਪਾਰਟਨਰਸ਼ਿਪ ਫਰਮ। ਨੈਕਸਟ ਆਉਂਦਾ ਜੀ, ਆਪਾਂ ਜੇ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਦੇਖੀਏ ਪਾਰਟਨਰਸ਼ਿਪ ਕੀ ਹੈ, ਕਿ ਇਟ ਇਜ਼ ਅ ਰਿਲੇਸ਼ਨ ਬਿਟਵੀਨ ਟੂ ਆਰ ਮੋਰ ਪਰਸਨ, ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦੇ ਵਿਚਕਾਰ ਇੱਕ ਰਿਲੇਸ਼ਨ ਹੈ। ਹੂ ਹੈਵ ਐਗਰੀ ਟੂ ਸ਼ੇਅਰ ਪ੍ਰੋਫਿਟ, ਜਿਹੜੇ ਕਿ ਪ੍ਰੋਫਿਟ ਨੂੰ ਸ਼ੇਅਰ ਕਰਨਗੇ ਅਤੇ ਲੋਸ ਵੀ ਬੀਅਰ ਕਰਨਗੇ, ਕਾਹਦਾ, ਬਿਜ਼ਨਸ ਦਾ, ਠੀਕ ਹੈ। ਅਤੇ ਕੈਰੀ ਔਨ ਬਿਜ਼ਨਸ ਟੂ ਕਵਰ ਅਪ ਵਨ ਓਬਜੈਕਟਿਵ, ਇੱਕ ਓਬਜੈਕਟਿਵ ਨੂੰ ਹੀ ਕੰਪਲੀਟ ਕਰਨ ਵਾਸਤੇ ਉਹ ਸਾਰਾ ਬਿਜ਼ਨਸ ਜਿਹੜਾ ਇਹ ਕਰਨਗੇ। ਇਹ ਨਹੀਂ ਹੈ ਵੀ ਅਲੱਗ ਅਲੱਗ ਮੋਟਿਵ ਹੋਏਗਾ, ਨਹੀਂ, ਸਭ ਦਾ ਇੱਕੋ ਮੋਟਿਵ ਹੋਏਗਾ ਅਤੇ ਉਸ ਮੋਟਿਵ ਨੂੰ ਅਚੀਵ ਕਰਨ ਵਿੱਚ ਹੀ ਸਾਰੇ ਜਾਣੇ ਲੱਗੇ ਹੋਣਗੇ। ਗੱਲ ਕਰੀਏ ਹੁਣ ਪਾਰਟਨਰਸ਼ਿਪ ਦੇ ਵਿੱਚ ਮੇਨਲੀ ਹੋਣਾ ਕੀ ਚਾਹੀਦਾ, ਦੇਖੋ, ਇੱਕ ਤਾਂ ਵਿਸ਼ਵਾਸ ਹੋਣਾ ਚਾਹੀਦਾ, ਟਰਸਟ ਹੋਣਾ ਚਾਹੀਦਾ ਹੈਗਾ, ਇਕੱਠੇ ਹੀ ਕੰਮ ਕਰਨਗੇ, ਟੀਮ ਦੇ ਵਿੱਚ ਕੰਮ ਕਰਨਗੇ, ਟੀਮ ਵਰਕ ਹੋਏਗਾ, ਪਲੈਨਿੰਗ ਵੀ ਹੋਏਗੀ, ਇਹ 'ਚ ਕੋਲੈਬੋਰੇਸ਼ਨ, ਮਤਲਬ ਜਿਹੜਾ ਵੀ ਕੰਮ ਆ ਗਰੁੱਪ ਦੇ ਵਿੱਚ ਹੋਏਗਾ, ਕੋਈ ਇਕੱਲਾ ਨਹੀਂ ਕਰੇਗਾ। ਇਕੱਠੇ ਜਿੱਤਣਗੇ, ਇੱਕ ਦੀ ਜਿੱਤ ਹੋਊਗੀ, ਸਭ ਦੀ ਜਿੱਤ ਹੋਏਗੀ, ਹੈ ਨਾ। ਬਿਜ਼ਨਸ ਸਟਾਰਟ ਕਰਨਗੇ ਅਤੇ ਆਪਣੇ ਬਿਜ਼ਨਸ ਨੂੰ ਸਕਸੈਸ ਦੇ ਵਿੱਚ ਲੈ ਕੇ ਜਾਣਗੇ। ਨੈਕਸਟ ਆਉਂਦਾ ਜੀ ਡੈਫੀਨੇਸ਼ਨ ਰਜੇ ਹੈਗੀ ਆ ਇਹ ਸੈਕਸ਼ਨ 4 ਦੇ ਅੰਡਰ ਹੈ, ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਅੰਡਰ। ਡੈਫੀਨੇਸ਼ਨ ਕੀ ਹੈ ਕਿ ਪਾਰਟਨਰਸ਼ਿਪ ਇੱਕ ਰਿਲੇਸ਼ਨ ਹੈ ਬਿਟਵੀਨ ਪਰਸਨਸ, ਯਾਨੀ ਕਿ ਦੋ ਜਾਂ ਦੋ ਤੋਂ ਵੱਧ ਪਰਸਨ ਦੇ ਵਿਚਕਾਰ ਇੱਕ ਰਿਲੇਸ਼ਨ ਹੈ, ਜਿਹੜੇ ਐਗਰੀ ਕਰਦੇ ਆ, ਸਮਝੌਤਾ ਕਰਦੇ ਆ ਕਿ ਬਿਜ਼ਨਸ ਦੇ ਵਿੱਚ ਜਿਹੜਾ ਪ੍ਰੋਫਿਟ ਹੋਊਗਾ ਉਹਨੂੰ ਸ਼ੇਅਰ ਕਰਾਂਗੇ, ਜਿਹੜਾ ਲੋਸ ਹੋਊਗਾ ਉਹਨੂੰ ਬੀਅਰ ਕਰਾਂਗੇ ਸਾਰੇ ਜਾਣੇ। ਅਤੇ ਇਹਨਾਂ ਨੇ ਜਿਹੜਾ ਵੀ ਕੰਮ ਕਰਨਾ ਆ ਉਹ ਇੱਕ ਮੋਟਿਵ ਨੂੰ, ਇੱਕ ਓਬਜੈਕਟਿਵ ਨੂੰ ਅਚੀਵ ਕਰਨ ਵਾਸਤੇ ਹੀ ਕਰਨਾ। ਇਹ ਹੋ ਗਈ ਇਹਦੀ ਡੈਫੀਨੇਸ਼ਨ। ਨੈਕਸਟ ਇਹਦੇ ਆ ਗਏ ਫੀਚਰਸ, ਮਤਲਬ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ। ਸਭ ਤੋਂ ਪਹਿਲਾਂ ਇੱਕ ਵੋਲੰਟਰੀ ਰਜਿਸਟ੍ਰੇਸ਼ਨ ਹੈ, ਮਤਲਬ ਜਿਹੜਾ ਵੀ ਪਾਰਟਨਰ ਬਣੂਗਾ ਆਪਣੀ ਇੱਛਾ ਨਾਲ ਬਣੂਗਾ, ਕਿਸੇ ਨੂੰ ਧੱਕੇ ਨਾਲ ਜਾਂ ਮਜਬੂਰੀ ਨਾਲ ਪਾਰਟਨਰ ਨਹੀਂ ਬਣਾਇਆ ਜਾਊਗਾ। ਨੈਕਸਟ ਆ ਗਿਆ ਕੰਟੀਨਿਊਟੀ, ਜਦੋਂ ਵੀ ਐਗਰੀਮੈਂਟ ਹੋਏਗਾ, ਸਮਝੌਤਾ ਹੋਏਗਾ, ਤਾਂ ਉੱਥੇ ਲਿਖਿਆ ਜਾਊਗਾ ਕਿ ਤੁਸੀਂ ਆਪਣੀ ਪਾਰਟਨਰਸ਼ਿਪ ਜਿਹੜੀ ਆ ਕਦੋਂ ਤੱਕ ਕਰਨੀ ਚਾਹੁੰਦੇ ਹੋ, 5 ਸਾਲ ਲਈ, 10 ਸਾਲ ਲਈ, ਜਾਂ ਕੋਈ ਪਰਪਜ਼ ਹੈ ਉਹ ਕੰਪਲੀਟ ਹੋਣ ਤੱਕ ਕਰੋਗੇ, ਮਤਲਬ ਜੋ ਵੀ ਤੁਸੀਂ ਟਾਈਮ ਪੀਰੀਅਡ ਉਹਦੇ ਵਿੱਚ ਹੋਏਗਾ ਉਹ ਦੱਸਿਆ ਜਾਊਗਾ ਵੀ ਤੁਸੀਂ ਆਪਣੀ ਪਾਰਟਨਰਸ਼ਿਪ ਫਾਰਮ ਜਿਹੜੀ ਆ ਕਦੋਂ ਤੱਕ ਕੰਟੀਨਿਊ ਕਰਨੀ ਆ। ਇਹਦੇ ਵਿੱਚ ਕਿਹੜਾ ਰਿਲੇਸ਼ਨ ਪਾਇਆ ਜਾਂਦਾ, ਕੰਟਰੈਕਚੁਅਲ, ਮਤਲਬ ਕਿ ਇਹਨਾਂ ਵਿੱਚ ਪਹਿਲਾਂ ਕੰਟਰੈਕਟ ਹੁੰਦਾ, ਸਮਝੌਤਾ ਹੁੰਦਾ ਆ ਕਿ ਇਹ ਵਾਲਾ ਪਾਰਟਨਰ ਇੰਨੀ ਕੈਪੀਟਲ ਲੈ ਕੇ ਆ ਰਿਹਾ ਗਾ, ਠੀਕ ਹੈ। ਅਤੇ ਇਹ ਜਿਹੜਾ ਕੰਟਰੈਕਟ ਹੈ ਇਹਦੇ ਵਿੱਚ ਪ੍ਰੋਫਿਟ ਵੀ ਦੱਸਿਆ ਜਾਂਦਾ ਵੀ ਕਿੰਨਾ ਸ਼ੇਅਰ ਕਰਨਗੇ, ਲੋਸ ਕਿਵੇਂ ਬੀਅਰ ਕਰਨਗੇ, ਮਤਲਬ ਇੱਕ ਤਰ੍ਹਾਂ ਦਾ ਸਮਝੌਤਾ ਹੈ, ਇੱਕ ਐਗਰੀਮੈਂਟ ਹੈ, ਜਿਹੜਾ ਕਿ ਰਿਟਨ ਫਾਰਮ 'ਚ ਵੀ ਹੋ ਸਕਦਾ, ਔਰਲ 'ਚ ਵੀ ਹੋ ਸਕਦਾ, ਬੋਲ ਕੇ ਵੀ ਹੋ ਸਕਦਾ ਹੈਗਾ। ਵੈਸੇ ਜੇ ਦੇਖਿਆ ਜਾਵੇ ਤਾਂ ਬੈਟਰ ਰਿਟਨ ਹੀ ਹੁੰਦਾ ਰਾਜੇ, ਕਿਉਂਕਿ ਜੇ ਰਿਟਨ ਲਿਖਾਂਗੇ ਤਾਂ ਜੇ ਮੰਨ ਲਓ ਇਨ ਫਿਊਚਰ ਕੋਈ ਲੜਾਈ ਝਗੜਾ ਹੁੰਦਾ ਤਾਂ ਰਿਟਨ ਪ੍ਰੂਫ ਨੂੰ ਦਿਖਾਇਆ ਜਾ ਸਕੇ ਇੱਕ ਐਵੀਡੈਂਸ ਦੇ ਤੌਰ 'ਤੇ। ਨੈਕਸਟ ਆ ਗਿਆ ਜੀ ਟਰਾਂਸਫਰ ਆਫ ਇੰਟਰਸਟ, ਆਪਣੇ ਇੰਟਰਸਟ ਨੂੰ ਟਰਾਂਸਫਰ ਕਰਨਾ, ਮਤਲਬ ਪਾਰਟਨਰਸ਼ਿਪ ਫਾਰਮ ਦੇ ਵਿੱਚ ਕੀ ਹੈ ਕਿ ਕੋਈ ਵੀ ਪਾਰਟਨਰ ਆਪਦਾ ਹਿੱਸਾ ਕਿਸੇ ਹੋਰ ਨੂੰ ਟਰਾਂਸਫਰ ਨਹੀਂ ਕਰ ਸਕਦਾ ਗਾ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਜੀ ਮਿਊਚੁਅਲ ਏਜੰਸੀ, ਇਕੱਠੇ ਹੋ ਕੇ ਇੱਕ ਏਜੰਸੀ ਏਜੰਟ ਦੀ ਤਰ੍ਹਾਂ ਕੰਮ ਕਰਨਗੇ, ਇਹ ਨਹੀਂ ਹੈਗਾ ਕਿ ਅੱਡੋ ਅੱਡ ਕੰਮ ਕਰਨਗੇ। ਸ਼ੇਅਰਿੰਗ ਆਫ ਪ੍ਰੋਫਿਟ ਐਂਡ ਲੋਸ, ਜੇ ਪ੍ਰੋਫਿਟ ਹੋਇਆ ਤਾਂ ਉਹ ਵੀ ਆਪਸ 'ਚ ਡਿਵਾਈਡ ਹੋਊਗਾ, ਲੋਸ ਹੋਇਆ ਉਹ ਵੀ ਆਪਸ ਦੇ ਵਿੱਚ ਹੀ ਬੀਅਰ ਕਰਨਗੇ। ਅਨਲਿਮਿਟਿਡ ਲਾਇਬਿਲਿਟੀ, ਪਿੱਛੇ ਦੱਸਿਆ ਸੀਗਾ ਮੈਂ ਤੁਹਾਨੂੰ ਕਿ ਲਾਇਬਿਲਿਟੀ ਦੋ ਤਰ੍ਹਾਂ ਦੀ ਹੁੰਦੀ ਹੈ, ਲਿਮਿਟਿਡ ਐਂਡ ਅਨਲਿਮਿਟਿਡ। ਅਨਲਿਮਿਟਿਡ ਦਾ ਮਤਲਬ ਹੁੰਦਾ ਜੇ ਫਰਮ ਨੂੰ ਕੋਈ ਘਾਟਾ ਪੈਂਦਾ ਆ, ਕੋਈ ਕਰਜ਼ਾ ਚੜ੍ਹ ਜਾਂਦਾ ਗਾ, ਠੀਕ ਹੈ, ਤਾਂ ਉਹਨੂੰ ਪੇ ਆਫ ਕਰਨ ਦੇ ਲਈ ਪਾਰਟਨਰਸ ਨੂੰ ਆਪਣੀ
ਜਿਹੜੀ ਪਰਸਨਲ ਪ੍ਰੋਪਰਟੀ ਆ ਉਹ ਵੀ ਸੇਲ ਕਰਨੀ ਪੈ ਸਕਦੀ ਹੈ। ਮੈਂਬਰਸ਼ਿਪ ਦੇਖੋ, ਪਾਰਟਨਰਸ਼ਿਪ ਤਾਂ ਹੀ ਮਤਲਬ ਪਾਰਟਨਰਸ਼ਿਪ ਬਣੂਗੀ ਜੇਕਰ ਆਪਸ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਬਣੇਗੀ। ਤਾਂ ਮੈਂਬਰਸ਼ਿਪ ਔਰਲ ਵੀ ਹੋ ਸਕਦੀ ਹੈ ਅਤੇ ਰਿਟਨ ਫਾਰਮ 'ਚ ਵੀ ਹੋ ਸਕਦੀ ਹੈ। ਉਹ ਡਿਪੈਂਡ ਕਰਦਾ ਵੀ ਤੁਸੀਂ ਕਿਸ ਫਾਰਮ ਦੇ ਉੱਤੇ ਆਪਣੀ ਪਾਰਟਨਰਸ਼ਿਪ ਡੀਡ ਜਿਹੜੀ ਆ ਉਹ ਲਿਖ ਰਹੇ ਹੋ। ਇਹ ਤਾਂ ਕੁਛ ਕੁ ਵਿਸ਼ੇਸ਼ਤਾਵਾਂ ਨੇ ਜਿਸ 'ਤੇ ਪਾਰਟਨਰਸ਼ਿਪ ਜਿਹੜੀ ਆ ਖੜੀ ਹੈਗੀ ਆ। ਉਸ ਤੋਂ ਬਾਅਦ ਆਉਂਦੇ ਇਹਦੇ ਐਡਵਾਂਟੇਜਸ ਕੀ ਨੇ, ਪਾਰਟਨਰਸ਼ਿਪ ਦੇ ਕੀ ਲਾਭ ਨੇ। ਸਭ ਤੋਂ ਪਹਿਲਾਂ ਇਹਨੂੰ ਬਣਾਉਣਾ ਬਹੁਤ ਈਜ਼ੀ ਹੈ, ਠੀਕ ਹੈ। ਇਹਦੇ ਵਿੱਚ ਕੋਈ ਇੰਨੀਆਂ ਜ਼ਿਆਦਾ ਲੀਗਲ ਫਾਰਮੈਲਿਟੀਜ਼ ਨਹੀਂ ਹੈਗੀਆਂ, ਕੋਈ ਇੰਨਾ ਜ਼ਿਆਦਾ ਖਰਚਾ ਜਿਹੜਾ ਉਹ ਨਹੀਂ ਪੇ ਕਰਨਾ ਪੈਂਦਾ। ਲਾਰਜ ਰਿਸੋਰਸ ਦੇਖੋ, ਸੋਲ ਟਰੇਡ ਦੇ ਕੰਪੈਰੀਜ਼ਨ ਪਾਰਟਨਰਸ਼ਿਪ ਦੇ ਵਿੱਚ ਰਿਸੋਰਸ ਜ਼ਿਆਦਾ ਆਉਣਗੇ, ਕਿਉਂਕਿ ਜਿੰਨੇ ਜ਼ਿਆਦਾ ਪਾਰਟਨਰ ਹੋਣਗੇ ਉਨੇ ਹੀ ਜ਼ਿਆਦਾ ਪਾਰਟਨਰ ਕੈਪੀਟਲ ਲੈ ਕੇ ਆਉਣਗੇ। ਕੈਪੀਟਲ ਆਊਗੀ ਤਾਂ ਰਿਸੋਰਸ ਆਟੋਮੈਟਿਕਲੀ ਤੁਹਾਡੇ ਕੋਲ ਜ਼ਿਆਦਾ ਹੋਣਗੇ। ਫਲੈਕਸੀਬਿਲਿਟੀ ਇਨ ਆਪਰੇਸ਼ਨ, ਤੁਸੀਂ ਕੰਮ ਨੂੰ, ਫਲੈਕਸੀਬਿਲਿਟੀ ਦਾ ਮਤਲਬ ਅਕੋਰਡਿੰਗ ਟੂ ਸਿਚੁਏਸ਼ਨ ਚੇਂਜ ਕਰ ਸਕਦੇ ਹੋ। ਪਾਰਟਨਰਸ਼ਿਪ ਵੀ ਇੱਕ ਅਜਿਹੀ ਫਰਮ ਹੈ ਜਿਹਨੂੰ ਤੁਸੀਂ ਮਿਊਚੁਅਲ ਅੰਡਰਸਟੈਂਡਿੰਗ ਦੇ ਅਨੁਸਾਰ ਚੇਂਜ ਕਰ ਸਕਦੇ ਹੋ। ਬੈਟਰ ਮੈਨੇਜਮੈਂਟ, ਹੁਣ ਜਦੋਂ ਵੱਧ ਪਾਰਟਨਰਸ ਹੋਣਗੇ ਤਾਂ ਉਹਨਾਂ ਦੀ ਮੈਨੇਜਮੈਂਟ ਜਿਹੜੀ ਅੱਛੀ ਹੋਏਗੀ, ਠੀਕ ਹੈ। ਅਤੇ ਸ਼ੇਅਰਿੰਗ ਆਫ ਰਿਸਕ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ, ਪ੍ਰੋਫਿਟ ਤਾਂ ਉਹਨਾਂ ਨੇ ਇੱਕ ਦੂਜੇ ਨਾਲ ਸ਼ੇਅਰ ਕਰਨਾ ਹੀ ਕਰਨਾ। ਪਲੱਸ ਜੇ ਕੋਈ ਰਿਸਕ ਮਤਲਬ ਨੁਕਸਾਨ ਹੁੰਦਾ, ਕੋਈ ਲਾਸ ਹੁੰਦਾ, ਉਹ ਵੀ ਆਪਸ 'ਚ ਹੀ ਬੀਅਰ ਕਰਨਗੇ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਬੈਨੀਫਿਟਸ ਹੈ, ਜੇ ਤੁਸੀਂ ਇੱਕ ਵਾਰ ਬੁੱਕ 'ਚੋਂ ਵੀ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ। ਨੈਕਸਟ ਆਉਂਦਾ ਜੀ ਇਹਦੀ ਲਿਮੀਟੇਸ਼ਨਸ, ਯਾਨੀ ਕਿ ਡਿਸਐਡਵਾਂਟੇਜਸ। ਇਹ ਸਭ ਡਿਸਐਡਵਾਂਟੇਜਸ ਕੀ ਨੇ? ਸਭ ਤੋਂ ਪਹਿਲਾਂ ਆਉਂਦੇ ਜੀ ਅਨਲਿਮਿਟਡ ਲਾਇਬਿਲਿਟੀ। ਤੁਹਾਨੂੰ ਮੈਂ ਦੱਸ ਹੀ ਚੁੱਕੀ ਸੀ ਅਨਲਿਮਿਟਡ ਲਾਇਬਿਲਿਟੀ ਕਿਹੜੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਆਪਣੀ ਪਰਸਨਲ ਪ੍ਰੋਪਰਟੀ ਵੇਚਣੀ ਪੈ ਸਕਦੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਇਨਵੈਸਟਮੈਂਟ ਵਿਡਰੋਲ ਡਿਫੀਕਲਟੀ। ਹੁਣ ਜਿਵੇਂ ਜਿਹੜੇ ਪੈਸੇ ਬਿਜ਼ਨਸ 'ਚ ਇੱਕ ਵਾਰ ਲੱਗ ਜਾਂਦੇ ਨੇ ਉਹਨੂੰ ਕਢਾਉਣ ਦੇ ਵਿੱਚ, ਵਿਡਰੋਲ ਮਤਲਬ ਕਢਾਉਣ ਦੇ ਵਿੱਚ ਕੁਛ ਨਾ ਕੁਛ ਮੁਸ਼ਕਿਲ ਆ ਜਾਂਦੀ ਹੈ। ਇਨਸਟੇਬਿਲਿਟੀ ਦਾ ਮਤਲਬ ਇਹ ਸਾਨੂੰ ਇਹ ਨਹੀਂ ਪਤਾ ਕਿ ਪਾਰਟਨਰਸ਼ਿਪ ਫਰਮ ਕਦੋਂ ਤੱਕ ਚੱਲਦੀ ਰਹੇਗੀ, ਕਿਉਂਕਿ ਜਦੋਂ ਕਿਸੇ ਪਾਰਟਨਰ ਦੀ ਡੈਥ ਹੋ ਗਈ ਤਾਂ ਵੀ ਪਾਰਟਨਰਸ਼ਿਪ ਫਰਮ ਬੰਦ ਹੋ ਜਾਏਗੀ, ਕੋਈ ਪਾਗਲ ਹੋ ਗਿਆ ਮੈਂਬਰ ਤਾਂ ਵੀ ਬੰਦ ਹੋ ਜਾਏਗੀ, ਕੋਈ ਇਨਸੋਲਵੈਂਟ ਹੋ ਗਿਆ ਤਾਂ ਵੀ ਪਾਰਟਨਰਸ਼ਿਪ ਫਰਮ ਜਿਹੜੀ ਆ ਉਹ ਬੰਦ ਹੋ ਸਕਦੀ ਆ। ਹੁਣ ਇਹਦੇ ਵਿੱਚ ਟਰਸਟ ਅਤੇ ਕੌਨਫੀਡੈਂਸ ਦੀ ਕਮੀ ਪਾਈ ਜਾਂਦੀ ਹੈ, ਫਿਰ ਸੀਕ੍ਰੇਸੀ ਨਹੀਂ ਰਹੇਗੀ, ਇਹੋ ਜਿਹੇ ਵਿੱਚ ਡਿਸੀਜ਼ਨ ਲੈਣ ਦੇ ਵਿੱਚ ਡਿਫੀਕਲਟੀ ਆਏਗੀ, ਕਿਉਂਕਿ ਬੇਸਿਕਲੀ ਸੋਲ ਟਰੇਡਰ ਨੇ ਕੀ ਕਰਨਾ ਸੀ, ਇਕੱਲੇ ਨੇ ਫੈਸਲਾ ਲੈਣਾ ਸੀ, ਪਰ ਪਾਰਟਨਰਸ਼ਿਪ ਦੇ ਵਿੱਚ ਉਹਨੂੰ ਸਾਰੇ ਪਾਰਟਨਰਸ ਦੀ ਸਹਿਮਤੀ ਨਾਲ ਡਿਸੀਜ਼ਨ ਲੈਣਾ ਪੈਣਾ ਸੀਗਾ, ਜਿਹੜਾ ਕਿ ਇੱਕ ਡਿਫੀਕਲਟ ਟਾਸਕ ਹੈਗਾ। ਉਸ ਤੋਂ ਬਾਅਦ ਵੈਸੇ ਤਾਂ ਉਹ ਆਪਣੇ ਸ਼ੇਅਰ ਨੂੰ ਟਰਾਂਸਫਰ ਕਰ ਨਹੀਂ ਸਕਦਾ, ਜੇ ਮਤਲਬ ਬਾਈ ਚਾਂਸ ਹੁਣ ਇੱਕ ਪਾਰਟਨਰ ਚਲਾ ਜਾਂਦਾ ਤਾਂ ਉਹਦੀ ਜਗ੍ਹਾ ਕਿਸੇ ਨੂੰ ਦੇਣੀ ਬਹੁਤ ਡਿਫੀਕਲਟੀ ਆ, ਮਤਲਬ ਇਹਦੇ ਵਿੱਚ ਮੁਸ਼ਕਿਲ ਆਉਂਦੀ ਆ। ਫਿਰ ਕੋਈ ਵੀ ਡਿਸੀਜ਼ਨ ਕੀ ਹੋ ਸਕਦਾ, ਡਿਲੇ ਹੋ ਸਕਦਾ, ਡਿਲੇ ਮਤਲਬ ਲੇਟ ਹੋ ਸਕਦਾ ਹੈਗਾ। ਜੇ ਆਪਾਂ ਕੋਈ ਐਮਰਜੈਂਸੀ 'ਚ ਕੋਈ ਡਿਸੀਜ਼ਨ ਲੈਣਾ ਹੋਵੇ ਤਾਂ ਆਪਾਂ ਵੇਟ ਨਹੀਂ ਕਰ ਸਕਦੇ ਕਿ ਉੱਥੇ ਫਿਰ ਲੜਾਈ ਝਗੜਾ ਹੋਣ ਦੀ ਪੋਸੀਬਿਲਿਟੀ ਜਿਹੜੀ ਆ ਉਹ ਮਤਲਬ ਵੱਧ ਜਾਂਦੀ ਆ। ਰਿਸਕ ਆਫ ਜੁਆਇੰਟ ਰਿਸਪੋਂਸੀਬਿਲਿਟੀ, ਹੁਣ ਕਈ ਵਾਰੀ ਬੇਸਿਕਲੀ ਕੀ ਹੁੰਦਾ, ਇੱਕ ਬੰਦਾ ਜ਼ਿਆਦਾ ਵਧੀਆ ਕੰਮ ਕਰਦਾ, ਦੂਸਰਾ ਲਾਪਰਵਾਹ ਹੋ ਜਾਂਦਾ। ਜੇ ਲਾਪਰਵਾਹ ਰਹਿ ਜਾਂਦਾ ਫਿਰ ਉਹਦੀ ਜਿਹੜੀ ਕੰਮ ਆ ਉਹ ਗਿਣਿਆ ਨਹੀਂ ਜਾਂਦਾ ਵਿੱਚ, ਯਾਨੀ ਕਿ ਫਿਰ ਇਹਦੇ ਵਿੱਚ ਕੀ ਆ ਕਿ ਹਰ ਕੋਈ ਰਿਸਪੋਂਸੀਬਿਲਿਟੀ ਨਹੀਂ ਸਮਝ ਸਕਦਾ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਲੈਕ ਆਫ ਲੀਗਲ ਬੇਸ, ਇਹਦੇ ਵਿੱਚ ਕਾਨੂੰਨ ਦਾ ਬੇਸ ਆਧਾਰ ਜਿਹੜਾ ਆ ਉਹਦੀ ਕਮੀ ਪਾਈ ਜਾਂਦੀ ਆ। ਹੁਣ ਜੇ ਮੰਨ ਲਓ ਤੁਸੀਂ ਪਾਰਟਨਰਸ਼ਿਪ ਦਾ ਜਿਹੜਾ ਸਮਝੌਤਾ ਆ, ਐਗਰੀਮੈਂਟ ਹੈ, ਉਹ ਬੋਲ ਕੇ ਕੀਤਾ ਗਾ ਅਤੇ ਫਿਊਚਰ 'ਚ ਜਾ ਕੇ ਤੁਹਾਨੂੰ ਕੋਈ ਲੜਾਈ ਝਗੜਾ ਹੋ ਗਿਆ, ਆਪਸ 'ਚ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਤਾਂ ਉੱਥੇ ਤੁਸੀਂ ਐਜ਼ ਅ ਐਵੀਡੈਂਸ ਕੋਈ ਵੀ ਚੀਜ਼ ਪ੍ਰੂਵ ਨਹੀਂ ਕਰ ਸਕਦੇ ਗੇ। ਇਹ ਸੀਗਾ ਰਾਜੇ ਤੁਹਾਡਾ ਅੱਜ ਦਾ ਟੌਪਿਕ ਕਿ ਪਾਰਟਨਰਸ਼ਿਪ ਕੀ ਹੈ, ਉਹਦੀ ਕੀ ਡੈਫੀਨੇਸ਼ਨ ਹੈ, ਕੀ ਫੀਚਰਸ ਨੇ, ਕੀ ਐਡਵਾਂਟੇਜਸ ਨੇ, ਕੀ ਡਿਸਐਡਵਾਂਟੇਜਸ ਨੇ। ਹੁਣ ਤੁਸੀਂ ਮੈਨੂੰ ਰਾਜੇ ਇੱਕ ਤਾਂ 2 ਐਗਜ਼ਾਮਪਲਸ ਦੇਣੀਆਂ ਨੇ, ਕੋਈ ਨੀਅਰ ਬਾਏ ਤੁਹਾਡੇ ਕੋਈ ਹੋਵੇ, ਠੀਕ ਹੈ, ਵੀ ਪਾਰਟਨਰਸ਼ਿਪ ਦੀਆਂ ਕੋਈ ਵੀ 2 ਐਗਜ਼ਾਮਪਲਸ, ਠੀਕ ਹੈ। ਅਤੇ ਪਲੱਸ ਤੁਸੀਂ ਮੈਨੂੰ ਕੋਈ ਵੀ 2 ਵਿਸ਼ੇਸ਼ਤਾਵਾਂ ਜਿਹੜੀਆਂ ਮੈਂ ਡਿਸਕਸ ਨਾ ਕੀਤੀਆਂ ਹੋਵੇ ਪਰ ਤੁਹਾਨੂੰ ਪਤਾ ਹੋਣ, ਕੋਈ ਵੀ 2 ਵਿਸ਼ੇਸ਼ਤਾਵਾਂ ਫੀਚਰਸ ਜਿਹੜੀਆਂ ਨੇ ਤੁਸੀਂ ਮੈਨੂੰ ਦੱਸਣੀਆਂ ਨੇ। ਥੈਂਕ ਯੂ ਰਾਜੇ।